विद्यार्थियों, आज ਅਸੀਂ ਵਿਲੀਅਮ ਵਰਡਸਵਰਥ ਦੀ ਪੋਇਮ ਲਾਈਨਸ ਰਿਟਨ ਇਨ अर्ਲੀ ਸਪਰਿੰਗ ਦਾ ਪੰਜਾਬੀ ਅਨੁਵਾਦ ਕਰਾਂਗੇ। ਜਿਸ ਤਰ੍ਹਾਂ ਕਿ ਪਿਛਲੇ ਲੈਸਨ ਦਾ ਵੀ ਪੰਜਾਬੀ ਅਨੁਵਾਦ ਸਾਨੂੰ ਰਿਕਾਰਡਡ ਪੇਜ ਦਿੱਤਾ ਸੀ। ਜਿਹੜੇ ਬੱਚੇ ਕਲਾਸਿਸ ਨਹੀਂ ਅਟੈਂਡ ਕਰ ਪਾਉਂਦੇ ਉਹ ਇਸ ਨੂੰ ਇੱਥੋਂ ਸੁਣ ਕੇ ਬੜੇ ਵਧੀਆ ਤਰੀਕੇ ਦੇ ਨਾਲ ਆਪਣੀ ਐਕਸਰਸਾਈਜ਼ ਕਰ ਸਕਦੇ ਹਨ। ਲਾਈਨਸ ਰਿਟਨ ਇਨ अर्ਲੀ ਸਪਰਿੰਗ। I heard 1,000 blended notes. Notes meaning ideas, blended meaning mixed. मैं हज़ारां ही मिश्रित आवाज़ां सुनियां जां विचार आए। While in a grove I sat reclined आराम करना, reclined आराम करना, grove meaning दरख्तां दा झुंड। जदों मैं दरख्तां दे झुंड विच आराम कर रहा सी। In that sweet mood when pleasant thoughts, उस प्यारे मूड ਦੇ ਵਿੱਚ ਜਦੋਂ ਕਿ ਖੁਸ਼ੀ ਵਾਲੇ ਵਿਚਾਰ bring sad thoughts to the mind, ਖੁਸ਼ੀ ਵਾਲੇ ਵਿਚਾਰਾਂ ਨੇ ਨਾਲ ਹੀ ਮੇਰੇ ਮਨ ਵਿੱਚ ਉਦਾਸੀ ਵਾਲੇ ਵਿਚਾਰ ਲਿਆ ਦਿੱਤੇ। To her fair works did nature link, ਕੁਦਰਤ ਆਪਣੇ ਫੇਅਰ ਵਰਕਸ ਦੇ ਨਾਲ, ਵਧੀਆ ਕੰਮ ਦੇ ਨਾਲ, ਸੁੰਦਰਤਾ ਦੇ ਨਾਲ ਜਾਂ ਆਪਣੀ ਸ੍ਰਿਸ਼ਟੀ ਦੇ ਨਾਲ ਉਸਨੇ ਲਿੰਕ ਕੀਤਾ ਹੈ। The human soul that through me ran, ਉਸ ਮਾਨਵੀ ਆਤਮਾ ਦਾ ਜਿਹੜੀ ਕਿ ਮੇਰੇ ਅੰਦਰ ਦੌੜਦੀ ਹੈ। And much it grieved my heart to think, grieve meaning ਦੁਖੀ, ਅਤੇ ਮੈਂ ਇਹ ਸੋਚ ਕੇ ਉਦਾਸ ਹੋ ਜਾਂਦਾ ਹਾਂ what man has made of man, ਕਿ ਆਦਮੀ ਨੇ ਆਦਮੀ ਦਾ ਕੀ ਹਾਲ ਕਰ ਦਿੱਤਾ ਹੈ। Through primrose tufts ਦੇ ਵਿੱਚੋਂ, ਹਰੀਆਂ ਵੇਲਾਂ ਦੇ ਵਿੱਚੋਂ ਯੈਲੋ ਕਲਰ ਦੇ ਫੁੱਲਾਂ ਦੇ ਗੁੱਛੇ, ਜਿਹੜੇ ਵਰਡਸ ਮੈਂ ਬੋਲ ਰਹੀ ਹਾਂ ਉਹਨਾਂ ਦੀ ਮੀਨਿੰਗ ਨਾਲ ਦੀ ਨਾਲ ਪੰਜਾਬੀ ਵਿੱਚ ਲਿਖ ਲੈਣੇ ਤੁਸੀਂ। ਦਾ ਪੈਰੀਵਿੰਕਲ ਟ੍ਰੇਲ ਇਟਸ ਰੀਥ ਮੀਨਿੰਗ ਫੁੱਲਾਂ ਦਾ ਹਾਰ, ਅਤੇ ਪੈਰੀਵਿੰਕਲ ਦੇ ਫੁੱਲ ਇਹਦੇ ਫੁੱਲਾਂ ਦੇ ਹਾਰ ਦੇ ਸਮਾਨ ਹਨ, ਫੁੱਲਾਂ ਨੂੰ ਸੁੰਦਰ ਬਣਾਉਂਦੇ ਹਨ। ਟ੍ਰੇਲਡ ਮੀਨਿੰਗ ਹਮੇਸ਼ਾ ਖੁਸ਼ ਰੱਖਣਾ, ਪੈਰੀਵਿੰਕਲ ਬਲੂ ਕਲਰ ਫਲਾਵਰਸ, ਰੀਥ ਮੀਨਿੰਗ ਹਾਰ, ਟ੍ਰੇਲ ਮੀਨਿੰਗ ਸੁੰਦਰ ਬਣਾਉਣਾ। And it's my faith that every flower, ਅਤੇ ਮੇਰਾ ਵਿਸ਼ਵਾਸ ਹੈ ਕਿ ਹਰ ਇੱਕ ਫੁੱਲ enjoys the air it breathes, ਉਸ ਹਵਾ ਨੂੰ ਪਸੰਦ ਕਰਦਾ ਹੈ ਜਿਸ ਵਿੱਚ ਇਹ ਸਾਹ ਲੈਂਦਾ ਹੈ। ਸਾਰੇ ਹੈ ਸੈਕਿੰਡ ਪੈਸੇਜ ਵਿੱਚ ਉਹ ਕੀ ਕਹਿੰਦਾ ਕਿ ਸਾਡਾ ਜਿਹੜੀ ਹਿਊਮਨ ਸੋਲ ਹੈ ਨੇਚਰ ਦੇ ਨਾਲ ਉਹਦਾ ਸੰਬੰਧ ਹੈ, ਪਰ ਉਹ ਦੁਖੀ ਹੋ ਜਾਂਦਾ ਇਹ ਸੋਚ ਕੇ ਕਿ ਆਦਮੀ ਦੇ ਨਾਲ ਚੰਗਾ ਨਹੀਂ ਕਰ ਰਿਹਾ, ਕਿ ਆਦਮੀ ਨੇ ਆਦਮੀ ਦਾ ਕੀ ਹਾਲ ਕਰ ਦਿੱਤਾ ਹੈ। What man has made of man is also the important line of the poem. The birds around me hopped and played. Hop meaning jumped, ਕੁੱਦਣਾ। ਮੇਰੇ I can't measure, ਉਹਨਾਂ ਦੀਆਂ ਥਾਟਸ ਨੂੰ ਮੈਂ ਮਾਪ ਨਹੀਂ ਸਕਦਾ। ਪੰਛੀਆਂ ਦੇ ਭਾਵਾਂ ਨੂੰ ਕਵੀ ਨਹੀਂ ਜਾਣ ਸਕਦਾ। ਉਹ ਜੰਪ ਕਰ ਰਹੇ ਹੈ, ਖੇਲ ਰਹੇ ਹੈ। But the least motion which they made, ਪਰ ਜੋ ਵੀ ਉਹ ਘੱਟੋ ਘੱਟ ਕੰਮ ਕਰ ਰਹੇ ਸੀ, ਹਿਲਜੁਲ ਕਰ ਰਹੇ, ਸੀਮਡ ਅ ਥ੍ਰਿਲ ਆਫ ਪਲੇਜ਼ਰ, ਇਹਦੇ ਨਾਲ ਖੁਸ਼ੀ ਦੀ ਇੱਕ ਲਹਿਰ ਪੈਦਾ ਹੁੰਦੀ ਸੀ। ਥ੍ਰਿਲ ਮੀਨਿੰਗ ਲਹਿਰ ਪੈਦਾ ਹੋਣਾ। ਕਵੀ ਦੇ ਮਨ ਦੇ ਵਿੱਚ ਨੇਚਰ ਦੀਆਂ ਚੀਜ਼ਾਂ, ਪੈਰੀਵਿੰਕਲ, ਪ੍ਰਿਮਰੋਜ਼ ਟਾਵਰਸ, ਗ੍ਰੀਨ ਬੋਟ, ਰੀਥ, ਬਰਡਸ ਹੋਪਿੰਗ ਐਂਡ ਪਲੇਇੰਗ ਬਰਡਸ, these are all a source of pleasure for the poet. Twigs spread out their fan to catch the breezy air. ਬਿਖਰੀਆਂ ਹੋਈਆਂ ਸਨ, ਬਰੀਜ਼ੀ ਮੀਨਿੰਗ ਠੰਡੀ ਹਵਾ ਨੂੰ ਪਕੜਨ ਦੇ ਲਈ, ਫੈਨ ਮੀਨਿੰਗ ਉਹਨਾਂ ਦਾ ਪੱਖਾ ਚੱਲ ਰਿਹਾ ਸੀ। ਡੂ ਆਲ ਆਈ ਕੈਨ, ਅਤੇ ਮੈਨੂੰ ਸੋਚਣਾ ਪਵੇਗਾ, ਮਸਟ ਮੀਨਿੰਗ ਜ਼ਰੂਰੀ ਹੈ, ਸੋਚਣਾ ਪਵੇਗਾ। ਡੂ ਆਲ ਆਈ ਕੈਨ, ਮੈਂ ਕੀ ਕਰ ਸਕਦਾ ਹਾਂ। ਦੈਟ ਦੇਅਰ ਵਾਜ਼ ਪਲੇਜ਼ਰ ਦੇਅਰ, ਕਿ ਉੱਥੇ ਖੁਸ਼ੀ ਰਵੇ, ਹਮੇਸ਼ਾ ਖੁਸ਼ੀ ਪੈਦਾ ਹੋਵੇ। ਇਫ ਦਿਸ ਬਲੀਵ ਫਰੋਮ ਹੈਵਨ ਬੀ ਸੈਂਟ, ਜੇ ਇਹ ਵਿਚਾਰ ਸਵਰਗ ਤੋਂ ਭੇਜਿਆ ਗਿਆ ਹੁੰਦਾ। ਇਫ ਸੱਚ ਵੀ ਨੇਚਰਸ ਹੋਲੀ ਪਲਾਨ, ਤੇ ਅਜਿਹਾ ਹੀ ਕੁਦਰਤ ਦੀ ਯੋਜਨਾ ਹੁੰਦੀ। ਹੈਵ ਆਈ ਨਾਟ ਰੀਜ਼ਨ ਟੂ ਲੇਮੈਂਟ, ਤਾਂ ਮੈਨੂੰ ਉਦਾਸ ਹੋਣ ਦਾ ਕੋਈ ਕਾਰਨ ਨਹੀਂ ਸੀ। ਵਟ ਮੈਨ ਹੈਜ਼ ਮੇਡ ਆਫ ਮੈਨ, ਕਿ ਆਦਮੀ ਨੇ ਆਦਮੀ ਦਾ ਕੀ ਕਰ ਦਿੱਤਾ ਹੈ। ਲਾਸਟ ਸਟੈਂਜ਼ਾ ਦੇ ਵਿੱਚ ਵਿਲੀਅਮ ਵਰਡਸਵਰਥ ਸਾਨੂੰ ਇਹ ਦੱਸਦੇ ਹਨ ਕਿ ਪਰਮਾਤਮਾ ਦੀ ਪਲਾਨ ਕੀ ਸੀ। ਉਸਦਾ ਕੋਈ ਇਨਸਾਨ ਨੂੰ ਦੁਖੀ ਕਰਨ ਦੀ ਕੋਈ ਯੋਜਨਾ ਨਹੀਂ ਸੀ। ਉਸਨੇ ਦਿਸ ਪੈਸੇਜ ਯੂ ਵਿਲ ਹੈਵ ਟੂ ਰਾਈਟ ਡਾਊਨ the central idea of the poem.
and also there will be stanzas for comprehension. We will discuss now. Meaning mixed, मिले हुए, मिश्रित, mixed, made up of different sounds, अलग अलग आवाज़ां तो बने हुए, mixed. Grieve meaning caused pain, दुख देना. Primrose is small plant with yellow flowers. A small plant with yellow flowers. Periwinkle is small plant with blue flowers. Tuft, a number of flowers taken together. फुल्लां दा गुच्छा. ਜਦੋਂ ਅਸੀਂ speak by which animals, abstract ideas or inanimate things are referred to as if they were human. Personification speech ਦਾ ਉਹ part ਹੈ ਜਿਸ ਦੇ ਵਿੱਚ ਐਨੀਮਲਸ ਦੀ, ਅਬਸਟਰੈਕਟ ਆਈਡੀਆਜ਼ ਦੀ, ਕਾਲਪਨਿਕ ਵਿਚਾਰਾਂ ਦੀ ਔਰ ਇਨਐਨੀਮੇਟ ਥਿੰਗਸ ਬੇਜਾਨ ਚੀਜ਼ ਆਰ ਰੈਫਰਡ ਟੂ ਐਜ਼ ਇਫ ਦੇ ਵਰ ਹਿਊਮਨ, ਉਹਨਾਂ ਬਾਰੇ ਇਸ ਤਰ੍ਹਾਂ ਗੱਲ ਕੀਤੀ ਜਾਵੇ ਕਿ ਉਹ ਮਨੁੱਖੀ ਹਨ. ਹੇਅਰ ਇਜ਼ ਐਨ ਐਗਜ਼ਾਮਪਲ. ਟਾਈਮਸ ਫੂਲ ਇਜ਼ ਨਾਓ ਪਰਸੋਨੀਫਾਈਡ. ਟਾਈਮਸ ਫੂਲ. Thou rosy lips and cheeks, within his bending sickles compass come. Love alters not with his brief hours and weeks, but bears it out even to the edge of doom. Love is not time's fool. Thou rosy can be referred in case of human beings. So love is personified here. Love alters not with his brief hours and weeks, but bears it out even to the edge of doom. Edge of doom. ਇਮੈਜੀਨੇਟਿਵ ਆਈਡੀਆਜ਼, ਕਾਲਪਨਿਕ ਵਿਚਾਰ ਆ, ਉਹਨਾਂ ਨੂੰ ਇਨਸਾਨ ਦੇ ਨਾਲ ਤੁਲਨਾ ਕਰ ਦੇਣਾ. ਦੈਟਸ ਕਾਲਡ ਪਰਸੋਨੀਫਿਕੇਸ਼ਨ. ਯੂ ਹੈਵ ਟੂ ਰਾਈਟ ਦ ਡੈਫੀਨੇਸ਼ਨ ਔਨ ਯੋਰ ਨੋਟਬੁੱਕਸ ਐਂਡ ਆਲਸੋ ਦੀਸ ਲਾਈਨ. ਨੈਕਸਟ, ਐਡ ਮੋਰ ਵਰਡਸ ਦੈਟ ਰਾਈਮ ਵਿਦ ਦ ਰਾਈਮਿੰਗ ਵਰਡਸ ਗਿਵਨ ਬਿਲੋ. ਵਾਟ ਇਜ਼ ਰਾਈਮ? ਰਾਈਮ ਜਿਸ ਤਰ੍ਹਾਂ ਪੰਜਾਬੀ ਦੀ ਪੋਇਮ ਦੇ ਵਿੱਚ ਹੁੰਦਾ ਸੁਰ, ਤਾਲ ਜਾਂ ਲੈਅ, ਉਹਨੂੰ ਕੀ ਕਹਿੰਦੇ ਆ? ਰਾਈਮ. ਰਿਕਲਾਈਨ ਮਾਈਂਡ, ਜਦੋਂ ਅਸੀਂ ਰਿਕਲਾਈਨ ਬੋਲਾਂਗੇ ਮਾਈਂਡ ਵਰਡ ਆ ਗਿਆ. ਲਿੰਕ, ਥਿੰਕ, ਸੇਮ ਟਿਊਨ ਹੈ. ਮੇਜਰ, ਬਲੇਜ਼ਰ, ਸੈਂਟ, ਲੇਮੈਂਟ, these are called rhyming words. Did nature link the human soul that through me ran? First question देखो, what are the fair works of nature referred to in this sentence? What are the fair works of nature? First of all, you will have to understand the meaning of these words. What, why, who. Where are these Jews? What, why and who. These are called interrogative pronouns. What means ki, what ki, why ਕਿਉਂ, who ਕੌਣ. ਇਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਸਮਝ ਜਾਓਗੇ ਇੰਟੈਰੋਗੇਟਿਵ ਪ੍ਰੋਨਾਊਨ ਕਿਹਦੇ ਲਈ ਯੂਜ਼ ਕੀਤੇ ਗਏ ਆ, ਇਹਦਾ ਮੀਨਿੰਗ ਕੀ ਹੈ, ਤਾਂ ਤੁਹਾਨੂੰ ਆਨਸਰ ਦੇਣੇ ਆਸਾਨ ਹੋ ਜਾਣਗੇ. ਵਾਟ ਆਰ ਦਾ ਫੇਅਰ ਵਰਕਸ ਆਫ ਨੇਚਰ. ਸਾਨੂੰ ਕੀ ਪੁੱਛਿਆ ਗਿਆ ਕਿ ਨੇਚਰ ਦੇ ਫੇਅਰ ਵਰਕਸ ਕੀ ਹੈ. refer to in this stanza to her fair works. You can write in this way, or we can say the fair works of nature referred to in this stanza are the words human soul. Why is the poet? ਤੁਸੀਂ ਗੈਸ ਕਰ ਸਕਦੇ ਹੋ. ਗਰੀਵ ਵਰਡ ਜਿੱਥੇ ਆਇਆ ਉਹਦੇ ਨਾਲ ਤੁਹਾਨੂੰ ਆਸਾਨ ਹੋ ਜਾਏਗਾ ਆਨਸਰ ਦੇਣਾ. It grieved my heart to think what man has made of man. ਜਿਹੜੇ ਬੱਚੇ ਜ਼ਿਆਦਾ ਨਹੀਂ ਵੀ ਸਮਝ lines written in early in this passage, we have to choose the rhyming words link and think. These are rhyming, ਇੱਕ ਦੂਜੇ ਨਾਲ ਸੁਰ ਮਿਲ ਗਿਆ ਇਹਨਾਂ ਦਾ. And ran and man, the poet's name and name of the poem. What does the poet mean by what man has made of man? Now it means to say that man has spoiled man, and man now human beings, now people don't take interest in nature and they have spoiled nature. This is the factor that man is responsible for the destruction of nature. You can also write answer to this question from the central idea of the poem. And is the moment bittersweet? The poet says the moment is a bittersweet moment. What does he mean by bittersweet moment? Bittersweet moment, we know that in the beginning the poet was in a mood of relax. He was sitting under trees and he was in a sweet mood. But
Suddenly, sad thoughts came to his mind. That is why he used the word bittersweet. Write a few lines about the simplicity of the language used in the poem. And he has not used any complex language, and figure of speech is also simple. What abilities, according to the poet, does nature have? Nature is full of beautiful objects, as we have discussed. Nature is full of beautiful flowers, beautiful creatures, beautiful birds. Flowers, you can give here the name of flowers: primrose and periwinkle. Primrose and periwinkle, and the hopping and playing birds. What does the poet lament about? Lament about meaning? He laments that man himself is responsible for his miseries because he has destroyed nature. How glorify nature? Giving objects of beauty, he glorifies the nature. Give an example of personification of nature in this poem. Every flower enjoy the air it breathes. These are the words which are human characteristics. So this will be personification of nature. You will have to remember the line. Every flower enjoys the air it breathes. Every flower enjoys the air it breathes. Now it is written in early spring. It is written by William Wordsworth. In this poem, the nature, he talks about birds, trees, and flowers. He sees beauty all around, and all these things give happiness to his soul. But all of a sudden, a sad thought flashes upon his mind, and he is in sad mood. The idea that the man has destructed the nature made him sad. And this is the end of the poem. I hope